are you? Hope you all are well and you are enjoying your grammar lessons. ਤਾਂ ਆਪਣਾ ਅੱਜ ਦਾ ਜੋ ਟੌਪਿਕ ਹੈ that is verb. ਅੱਜ ਦਾ ਆਪਣਾ ਟੌਪਿਕ ਹੈ the verb. verb ਇੱਕ ਵਾਸਟ ਟੌਪਿਕ ਹੈ ਕਿਉਂਕਿ ਇਹਦੇ ਅੰਡਰ ਆਪਾਂ ਕਈ ਕੁਝ ਇਨਕਲੂਡ ਕਰਦੇ ਆਂਗੇ। ਤਾਂ ਵਰਬ ਦੀਆਂ ਆਪਾਂ ਟਾਈਪਸ ਦੀ ਵੀ ਗੱਲ ਕਰਾਂਗੇ, ਆਪਾਂ ਵਰਬ ਦੀਆਂ ਫਾਰਮਸ ਦੀ ਵੀ ਗੱਲ ਕਰਾਂਗੇ ਔਰ ਆਪਾਂ ਵਰਬ ਦਾ ਇੱਕ ਫੰਕਸ਼ਨ ਕੀ ਹੁੰਦਾ ਹੈਗਾ ਸੈਂਟੈਂਸ ਦੇ ਵਿੱਚ ਆਪਾਂ ਉਹਦੀ ਵੀ ਗੱਲ ਕਰਾਂਗੇ, ਰਾਈਟ। ਤਾਂ ਵਰਬ ਦਾ ਚੈਪਟਰ ਆਪਾਂ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਟਾਈਪ ਤੋਂ, ਟਾਈਪਸ ਆਫ ਦਾ ਵਰਬ। ਤਾਂ ਜਦੋਂ ਅਸੀਂ ਟਾਈਪ ਦੀ ਗੱਲ ਕਰਦੇ ਹਾਂ ਕਿ ਵਰਬ ਦੀਆਂ ਕਿਹੜੀਆਂ-ਕਿਹੜੀਆਂ ਟਾਈਪਸ ਨੇਗੀਆਂ, ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਇਹਦੀਆਂ, ਤਾਂ ਇੱਕ ਵਰਬਸ ਉਹ ਨੇ ਜਿਨ੍ਹਾਂ ਨੂੰ ਅਸੀਂ ਐਕਸ਼ਨ ਵਰਬ ਕਹਿੰਦੇ ਹਾਂ, ਰਾਈਟ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਪਲੇ, ਰਾਈਟ, ਜੰਪ, ਲਾਫ, ਆਲ ਦਾ ਐਕਸ਼ਨ ਵਰਡਸ। ਫਿਰ ਆਉਂਦੀਆਂ ਨੇਗੀਆਂ ਆਗਜ਼ੀਲਰੀ ਵਰਬਸ। ਆਗਜ਼ੀਲਰੀ ਵਰਬਸ ਨੂੰ ਅਸੀਂ ਸਿੰਪਲ ਵਰਡਸ ਦੇ ਵਿੱਚ ਹੈਲਪਿੰਗ ਵਰਬਸ ਕਹਿ ਲੈਂਦੇ ਆਂਗੇ। ਤਾਂ ਹੈਲਪਿੰਗ ਵਰਬਸ ਦਾ ਕੰਮ ਕੀ ਹੁੰਦਾ ਹੈਗਾ, ਇਹਨਾਂ ਦਾ ਕੰਮ ਕੀ ਹੁੰਦਾ ਹੈਗਾ, ਟੈਂਸ ਦੱਸਣਾ ਆਪਾਂ ਨੂੰ, ਰਾਈਟ। ਤਾਂ ਮਤਲਬ ਕੀ ਹੈ ਇਜ਼, ਐਮ, ਆਰ, ਰਾਈਟ, ਵਿਲ, ਸ਼ੈਲ। ਤਾਂ ਇਹ ਸਾਰੀਆਂ ਕੀ ਨੇਗੀਆਂ ਆਗਜ਼ੀਲਰੀ ਵਰਬਸ ਨੇ, ਹੈਲਪਿੰਗ ਵਰਬਸ ਨੇਗੀਆਂ ਦੈਟ ਟੈਲਸ ਅਸ ਦ ਟਾਈਮ ਆਫ ਦ ਐਕਸ਼ਨ। ਤੀਸਰੇ ਨੰਬਰ ਤੇ ਆ ਜਾਂਦੀਆਂ ਨੇ ਮਾਡਲ ਵਰਬਸ। ਹੁਣ ਮਾਡਲ ਵਰਬਸ ਜਿਹੜੇ ਨੇਗੇ ਇਹ ਕਿਸੇ ਵੀ ਐਕਸ਼ਨ ਦੀ ਪੋਸੀਬਿਲਿਟੀ ਦੱਸਦੇ ਨੇਗੇ, ਰਾਈਟ। ਇਹ ਉਸ ਜੋ ਵੀ ਐਕਸ਼ਨ ਹੈ ਆਪਣਾ ਉਹਦੀ ਕਪੈਸਿਟੀ ਨੂੰ ਡਿਫਾਈਨ ਕਰ ਸਕਦੇ ਨੇਗੇ, ਰਾਈਟ। ਫਿਰ ਆਪਣੇ ਕੋਲੇ ਆਉਂਦੀ ਹੈਗੀ ਟ੍ਰਾਂਜ਼ਿਟਿਵ ਵਰਬ, ਟ੍ਰਾਂਜ਼ਿਟਿਵ ਵਰਬ ਐਂਡ ਇਨਟ੍ਰਾਂਜ਼ਿਟਿਵ ਵਰਬ। ਤਾਂ ਜਿਹੜਾ ਟ੍ਰਾਂਜ਼ਿਟਿਵ ਵਰਬ ਹੈ, ਰਾਈਟ, ਇਹ ਐਗਜ਼ੈਕਟਲੀ ਲਿੰਕ ਦਿਖਾਉਂਦਾ ਹੈਗਾ ਆਬਜੈਕਟ ਦੇ ਨਾਲ ਕਿ ਵਰਬ ਦਾ ਆਬਜੈਕਟ ਦੇ ਨਾਲ ਡਾਇਰੈਕਟ ਲਿੰਕ ਹੈ ਜਾਂ ਨਹੀਂ ਹੈ। ਇਨਟ੍ਰਾਂਜ਼ਿਟਿਵ ਵਰਬ ਦੇ ਵਿੱਚ ਕੋਈ ਵੀ ਆਬਜੈਕਟ ਨਹੀਂ ਹੁੰਦਾ, ਆਬਜੈਕਟ ਦੇ ਨਾਲ ਇਹਦਾ ਕੋਈ ਵੀ ਲਿੰਕ ਨਹੀਂ ਆਉਂਦਾ। ਤਾਂ ਇਹ ਤਾਂ ਹੋ ਗਈਆਂ ਟਾਈਪਸ, ਥੀਸ ਆਰ ਦਾ ਟਾਈਪਸ। ਇਹਨਾਂ ਨੂੰ ਅਸੀਂ ਇਕੱਠਾ ਹੀ ਰੱਖਾਂਗੇ, ਟ੍ਰਾਂਜ਼ਿਟਿਵ ਤੇ ਇਨਟ੍ਰਾਂਜ਼ਿਟਿਵ ਵਰਬ ਨੂੰ। ਸੋ ਨੈਕਸਟ ਆਪਾਂ ਜੇ ਗੱਲ ਕਰੀਏ ਕਿ ਇਹਦੀਆਂ ਫਾਰਮਸ ਕਿਹੜੀਆਂ-ਕਿਹੜੀਆਂ ਨੇਗੀਆਂ, ਫਾਰਮਸ ਆਫ ਵਰਬ। ਬੇਸ ਵਰਬ ਹੁੰਦਾ ਹੈਗਾ ਜਿਹਨੂੰ ਅਸੀਂ ਸਿੰਪਲੀ ਪ੍ਰੈਜ਼ੈਂਟ ਫਾਰਮ ਆਫ ਵਰਬ ਕਹਿੰਦੇ ਹਾਂ। ਉਸ ਤੋਂ ਬਾਅਦ ਪਾਸਟ ਵਰਬ ਹੁੰਦਾ ਹੈਗਾ, ਇਹਦੀ ਪਾਸਟ ਫਾਰਮ ਹੁੰਦੀ ਹੈਗੀ ਦੈਟ ਵੀ ਸਿੰਪਲੀ ਕਾਲਡ ਪਾਸਟ ਫਾਰਮ ਆਫ ਦਾ ਵਰਬ। ਫਿਰ ਸਾਡੇ ਕੋਲੇ ਪਾਰਟੀਸਿਪਲ ਵਰਬ ਹੁੰਦਾ ਹੈਗਾ। ਹੁਣ ਜਿਹੜਾ ਪਾਰਟੀਸਿਪਲ ਵਰਬ ਹੈ ਉਹ ਦੋ ਤਰੀਕਿਆਂ ਦਾ ਹੁੰਦਾ ਹੈਗਾ, ਪਾਸਟ ਪਾਰਟੀਸਿਪਲ ਜਿਹਨੂੰ ਅਸੀਂ ਸੌਖੇ ਤਰੀਕੇ ਦੇ ਨਾਲ ਵਰਬ ਦੀ ਥਰਡ ਫਾਰਮ ਕਹਿ ਦਿੰਦੇ ਆਂਗੇ, ਰਾਈਟ। ਤੇ ਇਹਦੇ ਵਿੱਚ ਹੁੰਦਾ ਹੈਗਾ ਪ੍ਰੈਜ਼ੈਂਟ ਪਾਰਟੀਸਿਪਲ। ਪ੍ਰੈਜ਼ੈਂਟ ਪਾਰਟੀਸਿਪਲ ਇਜ਼ ਆਲਵੇਜ਼ ਬੇਸ ਵਰਬ ਐਂਡ ING। ਤਾਂ ਬੇਸ ਜਿਹੜਾ ਵਰਬ ਸੀ ਜਿਹਨੂੰ ਅਸੀਂ ਪ੍ਰੈਜ਼ੈਂਟ ਫਾਰਮ ਕਹਿੰਦੇ ਹਾਂ ਉਹਨੂੰ ਅਸੀਂ ਵਰਬ ਦੀ ਫਸਟ ਫਾਰਮ, ਕਿਉਂਕਿ ਇਹ ਇੱਕ ਆਪਣਾ ਤਰੀਕਾ ਬਣਿਆ ਹੋਇਆ ਹੈਗਾ ਸ਼ੁਰੂ ਤੋਂ ਹੀ ਸਟੂਡੈਂਟਸ ਨੂੰ ਅਸੀਂ ਇੱਦਾਂ ਹੀ ਕਰਾਉਂਦੇ ਹਾਂ ਵਰਬ ਦੀ ਫਸਟ ਫਾਰਮ, ਸੈਕਿੰਡ ਫਾਰਮ, ਥਰਡ ਫਾਰਮ। ਅਦਰਵਾਈਜ਼ ਦੇਅਰ ਇਜ਼ ਨਥਿੰਗ ਲਾਈਕ ਫਸਟ, ਸੈਕਿੰਡ ਐਂਡ ਥਰਡ ਫਾਰਮ। ਦੇਅਰ ਆਰ ਓਨਲੀ ਪ੍ਰੈਜ਼ੈਂਟ ਫਾਰਮ, ਪਾਸਟ ਫਾਰਮ ਐਂਡ ਪਾਸਟ ਪਾਰਟੀਸਿਪਲ ਫਾਰਮ ਐਂਡ ਪ੍ਰੈਜ਼ੈਂਟ ਪਾਰਟੀਸਿਪਲ ਫਾਰਮ, ਰਾਈਟ। ਬਟ ਕਿਉਂਕਿ ਇਹ ਆਪਣਾ ਇੱਕ ਟ੍ਰੈਂਡ ਬਣਿਆ ਹੋਇਆ ਹੈਗਾ ਦੈਟਸ ਵਾਈ ਆਈ ਐਮ ਰਾਈਟਿੰਗ ਵਰਬ ਦੀ ਫਸਟ ਫਾਰਮ, ਸੈਕਿੰਡ ਫਾਰਮ ਆਫ ਦਾ ਵਰਬ, ਥਰਡ ਫਾਰਮ ਆਫ ਦਾ ਵਰਬ, ਰਾਈਟ। ਤੇ ਉਸ ਤੋਂ ਬਾਅਦ ਆ ਜਾਂਦੀ ਹੈਗੀ, ਸੋ ਇਹ ਆਪਣੀਆਂ ਚਾਰੇ ਜਿਹੜੀਆਂ ਨੇਗੀਆਂ ਹੋ ਗਈਆਂ। ਦੇਖੋ ਆਪਾਂ ਐਗਜ਼ਾਮਪਲ ਲੈਂਦੇ ਹਾਂ, ਈਟ, ਏਟ, ਈਟਨ, ਈਟਿੰਗ। ਤਾਂ ਇਹ ਆਪਣੀ ਹੋ ਗਈ ਫਸਟ ਵਰਬ ਜਿਹੜੀ ਕਿ ਪ੍ਰੈਜ਼ੈਂਟ ਹੈ। ਉਸ ਤੋਂ ਬਾਅਦ ਆਪਣੇ ਕੋਲੇ ਹੋ ਗਈ ਸੈਕਿੰਡ ਵਰਬ ਜੋ ਕਿ ਪਾਸਟ ਹੈ। ਉਸ ਤੋਂ ਬਾਅਦ ਆ ਗਈ ਥਰਡ ਜਿਹੜੀ ਕਿ ਪਾਸਟ ਪਾਰਟੀਸਿਪਲ ਹੈ।
ਉਸ ਤੋਂ ਬਾਅਦ ਹੈ ਸਾਡੇ ਕੋਲੇ ਜੇ ਕੋਈ ਹੁੰਦੀ ਹੈ, ਜੇ ਅਸੀਂ ਫਸਟ ਸੈਕਿੰਡ ਥਰਡ ਕਹਿੰਦੇ ਤਾਂ ਫੋਰਥ ਫਾਰਮ ਵੀ ਹੋਏਗੀ ਰਾਈਟ। ਤਾਂ ਇਹ ਫੋਰਥ ਫਾਰਮ, ਇਹਦਾ ਤਾਂ ਮਤਲਬ ਕੀ ਹੈ ਕਿ ਅਸੀਂ ਗਿਣਤੀ ਕੀਤੀ ਹੈ ਕਿ ਵਰਬ ਦੀਆਂ ਕਿੰਨੀਆਂ ਫਾਰਮਸ ਨੇਗੀਆਂ। ਤਾਂ ਪ੍ਰੈਜ਼ੈਂਟ ਫਾਰਮ ਹੈ, ਪਾਸਟ ਫਾਰਮ ਹੈ, ਪਾਸਟ ਪਾਰਟੀਸਿਪਲ ਫਾਰਮ ਹੈ ਐਂਡ ਪ੍ਰੈਜ਼ੈਂਟ ਪਾਰਟੀਸਿਪਲ ਫਾਰਮ ਹੈ, ਰਾਈਟ। ਨੈਕਸਟ ਆਪਾਂ ਗੱਲ ਕਰੀਏ ਬੇਸ ਵਰਬ ਦੀ। ਹੁਣ ਇਹ ਬੇਸ ਵਰਬ ਕੀ ਹੈ, ਆਪਾਂ ਇੱਥੋਂ ਹੀ ਲਈਏ ਕਿ ਆਪਾਂ ਕਰ ਰਹੇ ਹਾਂਗੇ ਬੇਸ ਵਰਬ, ਰਾਈਟ, ਕਿ ਇਹ ਬੇਸ ਵਰਬ ਕੀ ਚੀਜ਼ ਹੈ। ਤਾਂ ਬੇਸ ਵਰਬ ਜਿਹੜਾ ਹੈ ਬੇਸ ਵਰਬ be is the base verb, do and have। ਇਹ ਤਿੰਨ ਬੇਸ ਵਰਬਸ ਨੇ ਜਿਨ੍ਹਾਂ ਨੂੰ ਅਸੀਂ ਰੂਟ ਵਰਬਸ ਕੀ, ਦੇਖੋ ਬੇਸ ਵਰਬ ਜਿਹੜਾ ਹੈਗਾ that is present form of the verb, that is present form of verb। ਹੁਣ ਜਿਹੜੀ present form of verb ਹੈ ਉਹਦੇ write, this is base verb, right? Speak, this is base verb। Base means first form of the verb if there is anything like that। Be, do and have ਇਹ ਨੇਗੀਆਂ ਪ੍ਰਾਇਮਰੀ auxiliary verbs ਜਾਂ ਪ੍ਰਾਇਮਰੀ ਹੈਲਪਿੰਗ ਵਰਬਸ। ਇਹ ਪ੍ਰਾਇਮਰੀ ਵਰਬਸ ਨੇਗੀਆਂ। ਸਿੰਪਲ ਲੈਂਗੁਏਜ 'ਚ ਇੱਦਾਂ ਕਰ ਲੈਂਦੇ ਆਂਗੇ that these are ਪ੍ਰਾਇਮਰੀ ਵਰਬਸ। ਹੁਣ ਆਪਾਂ ਇਹਨਾਂ ਨੂੰ ਜੇ ਡਿਫਾਈਨ ਕਰੀਏ ਤਾਂ ਪਹਿਲੀ ਜਿਹੜੀ ਪ੍ਰਾਇਮਰੀ ਵਰਬ ਹੈ, ਪ੍ਰਾਇਮਰੀ auxiliary verb ਕਹਿ ਲਈਏ ਜਾਂ ਹੈਲਪਿੰਗ ਵਰਬ ਕਹਿ ਲਈਏ, ਪ੍ਰਾਇਮਰੀ auxiliary verb be। ਹੁਣ be ਦੀ ਪ੍ਰੈਜ਼ੈਂਟ ਫਾਰਮ ਕੀ ਹੈਗੀ, is, am, are। ਇਹਦੀ ਪਾਸਟ ਫਾਰਮ ਕੀ ਹੈਗੀ, was, were। ਇਹਦੀ ਪਾਸਟ ਪਾਰਟੀਸਿਪਲ ਫਾਰਮ ਕੀ ਹੈ, been। ਔਰ ਇਹਦੀ ਪ੍ਰੈਜ਼ੈਂਟ ਪਾਰਟੀਸਿਪਲ, ਕਿਉਂਕਿ ਆਪਾਂ ਚਾਰੇ ਫਾਰਮਸ ਕਰਨੀਆਂ ਨੇ ਨਾ, ਤਾਂ ਇਹਦੀ ਕੀ ਹੋਏਗੀ, be plus ing means being। ਕਲੀਅਰ। ਤਾਂ ਇਹ be ਦੀਆਂ ਫਾਰਮਸ ਹੋ ਗਈਆਂ। ਇਸੇ ਤਰੀਕੇ ਨਾਲ ਅਸੀਂ do ਨੂੰ ਕਰਾਂਗੇ, ਰਾਈਟ। ਤਾਂ do ਦੀ ਪ੍ਰੈਜ਼ੈਂਟ ਫਾਰਮ do and does, past form did, past participle ਉੱਥੇ ਹੀ ਆ ਜਾਣੇ ਨਾ, verb ਦੀ first form, verb ਦੀ second form, verb ਦੀ third form and verb ਦੀ fourth form। fourth form ਉਹੀ ਹੈ present participle। ਤਾਂ past participle ਹੋਗੀ done, present participle ਹੋਗੀ do and ing। Similarly, have present form है has and have, past form है had, past participle हैगी है had been, ते present participle है having, right? ये दो में participle forms ने गिया। ये past participle है, this is present participle, this is present form, this is past form। ਹੋਪ ਇੱਥੇ ਤੱਕ ਕਲੀਅਰ ਹੈ। ਬਸ ਇੱਕ ਛੋਟਾ ਜਿਹਾ ਰੀਕੈਪ, ਉਸ ਤੋਂ ਬਾਅਦ ਆਪਾਂ ਨੈਕਸਟ ਕਰ ਦੇਵਾਂਗੇ। ਆਪਾਂ ਕਰ ਰਹੇ ਹਾਂਗੇ ਵਰਬ ਦੇ ਵਿੱਚ ਆਪਾਂ ਬੇਸ ਵਰਬ ਕੀਤਾ ਜਿਹਨੂੰ ਅਸੀਂ ਕਾਮਨਲੀ ਫਸਟ ਫਾਰਮ ਕਹਿੰਦੇ ਹਾਂਗੇ। ਫਿਰ ਸਾਡੇ ਕੋਲੇ ਸੈਕਿੰਡ ਫਾਰਮ ਆਉਂਦੀ ਹੈ, ਥਰਡ ਆਉਂਦੀ ਹੈ, ਫੋਰਥ ਆਉਂਦੀ ਹੈ, ਸੈਕਿੰਡ ਹੁੰਦੀ ਹੈਗੀ ਪਾਸਟ, ਥਰਡ ਹੁੰਦੀ ਹੈਗੀ ਪਾਸਟ ਪਾਰਟੀਸਿਪਲ and fourth is present participle। ਬਿਲਕੁਲ ਕਲੀਅਰ ਹੈ। ਵਰਬ ਜਿਹੜਾ ਹੈ ਆਪਾਂ ਸ਼ੁਰੂ ਦੇ ਵਿੱਚ ਇੱਕ ਚੀਜ਼ ਕੀਤੀ ਸੀਗੀ, ਲੈਟ ਮੀ ਕਮ ਟੂ ਦੈਟ ਪੁਆਇੰਟ, ਦਿਸ ਕਿ ਜਿਹੜੀਆਂ ਵਰਬਸ ਨੇਗੀਆਂ, ਰਾਈਟ, ਇੱਕ ਤੇ ਐਕਸ਼ਨ ਵਰਬ ਹੋ ਗਿਆ, ਓਕੇ ਫਾਈਨ। ਦੂਸਰੀਆਂ ਨੇ auxiliary verbs, ਹੈਲਪਿੰਗ ਵਰਬਸ। ਆਪਾਂ ਹੁਣੇ ਹੈਲਪਿੰਗ ਵਰਬ ਹੀ ਕੀਤਾ ਹੈਗਾ, ਔਰ ਹੈਲਪਿੰਗ ਵਰਬ ਦਾ ਮੈਂ ਲਿਖਿਆ ਸੀਗਾ ਕਿ ਇਹ ਟੈਂਸ ਦੇ ਬਾਰੇ 'ਚ ਦੱਸਦਾ ਹੈਗਾ। ਲੈਟਸ ਮੂਵ ਟੂ ਦੈਟ ਪੁਆਇੰਟ ਓਨਲੀ। ਆਪਾਂ ਇੱਥੇ ਹੀ ਪਹੁੰਚਾਂਗੇ। ਵੀ ਆਰ ਟਾਕਿੰਗ ਅਬਾਊਟ ਦਾ ਵਰਬ। ਕਿਹੜਾ ਵਰਬ, ਹੈਲਪਿੰਗ ਵਰਬ, ਜਿਹੜਾ ਆਪਾਂ ਹੁਣੇ ਕੀਤਾ ਹੈਗਾ ਬੀ
do and have। और ਜਿਹੜੀਆਂ ਇਹ ਪ੍ਰਾਇਮਰੀ ਵਰਬਸ ਨੇਗੀਆਂ, ਪ੍ਰਾਇਮਰੀ ਹੈਲਪਿੰਗ ਵਰਬਸ ਨੇ, ਇਹ ਕਾਹਦੇ ਲਈ ਯੂਜ਼ ਹੁੰਦੀਆਂ ਨੇ? ਹੈਲਪਿੰਗ ਵਰਬਸ ਯੂਜ਼ ਹੁੰਦੀਆਂ ਨੇਗੀਆਂ ਟੂ ਆਈਡੈਂਟੀਫਾਈ ਦ ਟੈਂਸ। ਆਪਾਂ ਟੈਂਸ ਨੂੰ ਕਿੱਦਾਂ ਆਈਡੈਂਟੀਫਾਈ ਕਰਨਾ ਹੈ? ਰੀਅਲੀ ਟੈਲਿੰਗ, ਅਗਰ ਆ ਚੀਜ਼ ਸਮਝ ਆ ਗਈ ਨਾ, then there will be no problem in understanding the lessons in voice and narration, even in tenses, translation, each and everything becomes very much clear when you are familiar with this topic. This is the topic of tense, not exactly tense, because it happens in my classes। ਜਦੋਂ ਮੈਂ tense ਕਹਿਣੀ ਆਂਗੀ ਤਾਂ ਨਾਲ ਦੇ ਨਾਲ ਸਟੂਡੈਂਟਸ ਦੇ ਗੈਟ ਟੈਂਸ, ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਦੈਟ ਮੈਮ ਇਜ਼ ਗੋਇੰਗ ਟੂ ਸਟਾਰਟ ਟੈਂਸ। ਸੋ ਆਪਾਂ ਉਸ ਤਰੀਕੇ ਦੇ ਨਾਲ ਨਹੀਂ ਕਰਾਂਗੇ। ਲੈਟ ਅਸ ਸਟਾਰਟ ਵਿਦ ਦਿਸ ਥਿੰਗ ਓਨਲੀ। ਵਰਬ, ਕਿਹੜਾ ਵਰਬ? ਹੈਲਪਿੰਗ ਵਰਬ। ਕਿਹੜਾ ਹੈਲਪਿੰਗ ਵਰਬ? ਪ੍ਰਾਇਮਰੀ ਹੈਲਪਿੰਗ ਵਰਬ ਜਿਹੜੇ ਆਪਾਂ ਕੀਤੇ ਨੇਗੇ ਬੀ, ਡੂ ਐਂਡ ਹੈਵ। ਹੁਣ ਇਹ ਤਿੰਨੇ ਕਾਹਦੇ ਲਈ ਨੇਗੇ? ਟੈਂਸ ਦੇ ਲਈ। ਟੈਂਸ ਕੀ ਹੈਗਾ? ਟਾਈਮ। ਟਾਈਮ ਕਹਿੰਦਾ ਟਾਈਮ ਆਫ ਐਕਸ਼ਨ। ਲਓ ਜੀ, ਰਾਈਟ। ਇਹ ਤਿੰਨੇ ਕਾਹਦੇ ਲਈ ਯੂਜ਼ ਹੁੰਦੇ ਨੇ? ਟੈਂਸ ਦੇ ਲਈ। ਟੈਂਸ ਕੀ ਹੁੰਦਾ ਹੈਗਾ? ਟੈਂਸ ਇਜ਼ ਦਾ ਟਾਈਮ ਆਫ ਐਕਸ਼ਨ, ਰਾਈਟ। ਹੁਣ ਇੱਥੋਂ ਹੀ ਬੜਾ ਇੰਟਰਸਟਿੰਗ ਜਿਹੜਾ ਹੈ ਸ਼ੁਰੂ ਹੋਣਾ ਹੈਗਾ ਆਪਣਾ ਪ੍ਰੋਗਰਾਮ। ਦੇਖੋ, ਵਰਬ। ਵਰਬ ਕੀ ਹੈ? ਵਰਬ ਇਜ਼ ਅ ਫॉर्म। ਵਰਬ ਕੀ ਹੈ? ਫॉर्म ਹੈ। ਕਿਹੜੀ ਫॉर्म ਹੈ? that tells the time of action। ਇਹ ਆਪਾਂ ਵੈਸੇ ਪੁਰਾਣੀ ਜਿਹੜੀ ਆਪਣੀ ਵੀਡੀਓ ਹੈਗੀ ਆ ਵਰਬ ਦੀ ਉਹ 'ਚ ਕਰ ਚੁੱਕੇ ਆਂਗੇ। ਟਾਈਮ ਆਫ ਐਕਸ਼ਨ। ਹੁਣ ਜਦੋਂ ਆਪਾਂ ਟਾਈਮ ਦੀ ਗੱਲ ਕੀਤੀ, ਟਾਈਮ ਕਾਹਦਾ? ਟਾਈਮ ਆਫ ਐਕਸ਼ਨ, ਰਾਈਟ। ਤਾਂ ਟਾਈਮ ਜਿਹੜਾ ਹੈਗਾ ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਐਕਸ਼ਨ 4 ਟਾਈਪ ਦੇ ਨੇ। ਇੱਕ ਰੂਟੀਨ ਐਕਸ਼ਨਸ, ਇੱਕ ਉਹ ਐਕਸ਼ਨ ਜਿਹੜੀ ਪ੍ਰੋਗਰੈਸ ਦੇ ਵਿੱਚ ਨੇਗੇ, ਗੋਇੰਗ ਔਨ ਐਕਸ਼ਨਸ ਨੇਗੇ। ਇੱਕ ਉਹ ਐਕਸ਼ਨ ਜਿਹੜੇ ਕੰਪਲੀਟ ਨੇ, ਔਰ ਇੱਕ ਉਹ ਐਕਸ਼ਨ ਜਿਹੜੇ although they are complete but they are still in action, still going on. So present routine, past routine, future routine, present going on, past going on, future going on, present complete, past complete and future complete. So this way we have 3 times and 4 actions, 12 tenses, right? ਹੁਣ ਇਹ ਟੈਂਸਿਸ ਦਾ ਜਿਹੜਾ ਚੈਪਟਰ ਹੈਗਾ ਆਪਾਂ ਅਲੱਗ ਕਰਾਂਗੇ। ਬਸ ਇੰਨਾ ਹੀ ਦੱਸਣਾ ਹੈਗਾ ਕਿ ਜਿਹੜੀਆਂ ਤੁਹਾਡੀਆਂ ਪ੍ਰਾਇਮਰੀ ਐਗਜ਼ੋਲਰੀਜ਼ ਨੇਗੀਆਂ, ਪ੍ਰਾਇਮਰੀ ਹੈਲਪਿੰਗ ਵਰਬਸ ਨੇ, ਬੀ ਯੂਜ਼ ਹੁੰਦੀ ਹੈਗੀ ਓਨਲੀ ਫॉर ਗੋਇੰਗ ਔਨ ਐਕਸ਼ਨਸ ਦੇ ਲਈ। ਡੂ ਯੂਜ਼ ਹੁੰਦੀ ਹੈ ਵੇਅਰ ਵੀ ਹੈਵ ਰੂਟੀਨ ਐਕਸ਼ਨਸ। ਯੂਜ਼ ਕਿੱਥੇ ਹੋਣਾ? ਦੈਟ ਵੀ ਵਿਲ ਹੈਵ ਅ ਸੈਪਰੇਟ ਵੀਡੀਓ। ਤੇ ਹੈਵ ਜਿਹੜਾ ਹੈ ਉੱਥੇ ਯੂਜ਼ ਹੋਣਾ ਵੇਅਰ ਵੀ ਹੈਵ ਕੰਪਲੀਟ ਐਕਸ਼ਨਸ। when we are using all these words with action word, like He is singing. Is B to baniye is MR, right? He does not sing. Routine action. Going on action. He has sung. Complete action. Right? ਤਾਂ ਇਸ ਤਰੀਕੇ ਦੇ ਨਾਲ ਯੂਜ਼ ਹੁੰਦੇ ਨੇ। ਇਹਦੇ ਲਈ ਸੈਪਰੇਟ ਇੱਕ ਵੀਡੀਓ ਬਣਾਵਾਂਗੇ। ਲਾਸਟ ਬਟ ਨਾਟ ਦ ਲੀਸਟ ਕਿ ਵਰਬ ਜਿਹੜਾ ਹੈ, ਰਾਈਟ, ਵਰਬ ਇੱਕ ਤੇ ਐਕਸ਼ਨ ਹੈ, ਉਹ ਕਲੀਅਰ ਹੋ ਗਿਆ। ਐਕਸ਼ਨ ਵਰਡ ਹੈ, ਸੌਰੀ ਐਕਸ਼ਨ ਵਰਡ ਹੈ, ਕਲੀਅਰ। ਵਾਟ ਅ ਪਰਸਨ ਡਜ਼,
what a person does, right? Sing, cry, jump, dance, etc. right? दूसरा है state of being. State of being ਦਾ ਮਤਲਬ ਕੀ ਹੈਗਾ? I am lazy. I'm not, I'm just kidding. I'm lazy. Am. Right? State of being कि मैं ਹੁਣ ਸੁਸਤ ਹਾਂ. Right? The cat is dead. Right? ਤਾਂ ਇਹ state ਦੱਸ ਰਿਹਾ ਹੈਗਾ. I am sorry. ਜਾਂ I was sorry. ਜਾਂ I will be sorry. It depends ਕਿ ਆਪਾਂ ਕਿੱਥੇ ਗੱਲ ਕਰ ਰਹੇ ਹਾਂ ਕਿ present past ਜਾਂ ਫਿਊਚਰ ਦੇ ਵਿੱਚ, ਰਾਈਟ? ਤਾਂ ਵਰਬ ਜਿਹੜਾ ਹੈ ਉਹ ਐਕਸ਼ਨ ਵਰਡ ਤੇ ਹੈ ਹੀ ਹੈ, ਫਿਰ ਉਹ ਕਿਸੇ ਵੀ ਚੀਜ਼ ਦੀ ਸਟੇਟ ਦੱਸਦਾ ਹੈਗਾ, ਉਹਦੀ ਪੋਜੀਸ਼ਨ ਦੱਸਦਾ ਕਿ ਉਹ ਕਿੱਦਾਂ ਹੈ. ਆਈ ਐਮ ਲੇਜ਼ੀ ਤਾਂ ਇਹਦਾ ਮਤਲਬ ਹੈ ਫਿਜ਼ੀਕਲੀ ਹਾਊ ਆਮ ਫੀਲਿੰਗ. ਆਮ ਸੌਰੀ, ਰਾਈਟ? ਤਾਂ ਆਮ ਡਿਪਰੈਸਡ, ਹਾਊ ਮੈਂਟਲੀ ਆਮ ਫੀਲਿੰਗ. ਠੀਕ ਹੈ. ਤੇ ਥਰਡ ਜਿਹੜਾ ਹੈ ਉਹ ਹੈ ਵਾਟ ਅ ਪਰਸਨ what a person does ਹੋ ਗਿਆ ਐਕਸ਼ਨ ਵਰਡ, ਰਾਈਟ? ਦੂਜਾ ਹੈ what is done to a person. what is done to a person ਜਿਹਦੇ ਵਿੱਚ ਹਮੇਸ਼ਾ ਹੀ ਪਾਸਟ ਪਾਰਟੀਸਿਪਲ ਯੂਜ਼ ਹੁੰਦਾ ਹੈ. ਹੁਣ ਇਹ ਕਿਉਂ ਦੱਸ ਰਹੀ ਹਾਂ? ਕਿਉਂਕਿ ਇੱਥੋਂ ਸਾਡੀ ਇੱਕ ਪੈਸਿਵ ਵੌਇਸ ਦਾ ਟੌਪਿਕ ਜਿਹੜਾ ਹੈ ਇਹ ਪੈਸਿਵ ਸੈਂਟੈਂਸ ਹੁੰਦੇ ਨੇਗੇ. he is scolded. The window is broken. The window is broken. ਤਾਂ ਇਹਦੇ ਵਿੱਚ ਹਮੇਸ਼ਾ verb ਦੀ third past participle use ਹੁੰਦਾ ਹੈਗਾ. ਤਾਂ ਇਹ ਹੈ ਕਿ verb ਨੂੰ ਅਸੀਂ ਕਿੱਦਾਂ use ਕਰਨਾ ਹੈਗਾ. ਹੋਪ ਅੱਜ ਦੇ ਲਈ ਇੰਨਾ ਕਾਫੀ ਹੈ. In next lesson we will do transitive and intransitive verb. Then we will start let me write here so that you could come to know. In next we will do transitive and intransitive, that is 8th class PSCB board topic for September test. ਤਾਂ ਇਹ topic 8th PSCB September test ਦੇ ਵਿੱਚ ਆਏਗਾ ਔਰ ਰਿਵੀਜ਼ਨ ਵੀ ਹੋ ਜਾਏਗੀ. ਤਾਂ ਨੈਕਸਟ ਆਪਣੀ ਵੀਡੀਓ ਹੋਏਗੀ transitive and intransitive. Stay tuned till then. Thank you. Bye bye. Take